ਕੇਂਦਰ ਨੇ ਪੰਜਾਬ 'ਚ ਵਧਾਏ ਬੀਐਸਐਫ ਦੇ ਅਧਿਕਾਰ। ਹੁਣ 15 ਦੀ ਥਾਂ 50 ਕਿਲੋਮੀਟਰ ਤੱਕ ਦਾ ਹੋਵੇਗਾ ਦਾਇਰਾ। ਤਲਾਸ਼ੀ ਜ਼ਬਤੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਹੋਣਗੇ ਅਧਿਕਾਰ। ਹੁਣ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਨਮ ਅੱਖਾਂ ਦੇ ਨਾਲ ਦਿੱਤੀ ਗਈ ਵਿਦਾਈ। ਅੰਤਮ ਦਰਸ਼ਨਾਂ ਦੇ ਲਈ ਉਮੜਿਆ ਸੈਲਾਬ। ਅੱਤਵਾਦੀਆਂ ਨਾਲ ਮੁਕਾਬਲੇ 'ਚ ਪੰਜਾਬ ਦੇ 3 ਜਵਾਨ ਹੋਏ ਸਨ ਸ਼ਹੀਦ। ਸ਼ਹੀਦ ਗਜਲ ਸਿੰਘ ਦੇ ਅੰਤਮ ਸੰਸਕਾਰ 'ਚ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ। ਸ਼ਹੀਦੀ ਅਰਥੀ ਨੂੰ ਦਿੱਤਾ ਮੋਢਾ। ਅੰਤਮ ਸੰਸਕਾਰ ਸਮੇਂ ਹੋਏ ਭਾਵੁਕ। ਲਖੀਮਪੁਰ ਕਾਂਡ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ 'ਚ ਰਾਸ਼ਟਰਪਤੀ ਨੂੰ ਮਿਲਿਆ ਕਾਂਗਰਸ ਵਫਦ। ਕੇਂਦਰੀ ਰਾਜ ਮੰਤਰੀ ਦੀ ਬਰਖਾਸਤਗੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਮੰਗ। ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਸੀਐਮ ਮਨੋਹਰ ਲਾਲ ਦਾ ਗੋਹਾਨਾ ਦੌਰਾ ਰੱਦ। ਕਿਸਾਨਾਂ ਨੇ ਕਰ ਲਿਆ ਸੀ ਹੈਲੀਪੈਡ ਤੇ ਕਬਜ਼ਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਗਤੀ ਸ਼ਕਤੀ ਯੋਜਨਾ। 100 ਲੱਖ ਕਰੋੜ ਰੁਪਏ ਦੀ ਯੋਜਨਾ ਕੀਤੀ ਲਾਂਚ। ਰੇਲ ਸੜਕ ਸਣੇ 16 ਮੰਤਰਾਲਿਆਂ ਨੂੰ ਮਿਲਿਆ ਇੱਕ ਡਿਜੀਟਲ ਮੰਚ। 에ਅਰਲਾਈਨਸ ਇੰਡਸਟਰੀਜ਼ ਨੇ ਡੈਨਮਾਰਕ ਦੀ ਸਟਾਈਸਡਲ ਦੇ ਨਾਲ ਕੀਤੀ ਸਾਂਝੇਦਾਰੀ। ਮਿਲ ਕੇ ਬਣਾਉਣਗੇ ਹਾਈਡਰੋਜਨ ਇਲੈਕਟ੍ਰੋਲਾਈਜ਼ਰ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਤੋਂ। ਖਬਰ ਬੀਐਸਐਫ ਦੇ ਨਾਲ ਜੁੜੀ ਹੋਈ ਹੈ। ਬੀਐਸਐਫ ਦੇ ਅਧਿਕਾਰਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ। ਪੰਜਾਬ ਨੂੰ ਲੈ ਕੇ ਕੇਂਦਰ ਦੇ ਵੱਲੋਂ ਵੱਡਾ ਹੁਕਮ ਸੁਣਾਇਆ ਗਿਆ ਕਿ ਹੁਣ 15 ਦੀ ਥਾਂ 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਹੋਵੇਗਾ। ਬੀਐਸਐਫ ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਦਿੱਤੇ ਗਏ ਨੇ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਬੀਐਸਐਫ ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਦਿੱਤੇ ਗਏ ਨੇ। ਸੋ ਬੀਐਸਐਫ ਦੇ ਅਧਿਕਾਰ ਦੇ ਵਿੱਚ ਇਜ਼ਾਫਾ ਕੀਤਾ ਗਿਆ। ਪੰਜਾਬ ਨੂੰ ਲੈ ਕੇ ਕੇਂਦਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਹੁਣ 15 ਦੀ ਥਾਂ, ਹਾਲਾਂਕਿ ਪਹਿਲਾਂ ਜੇ ਦਾਇਰੇ ਦੀ ਗੱਲ ਕੀਤੀ ਜਾਵੇ ਤਾਂ 15 ਕਿਲੋਮੀਟਰ ਤੱਕ ਦਾ ਦਾਇਰਾ ਬੀਐਸਐਫ ਦਾ ਹੁੰਦਾ ਸੀਗਾ। ਹੁਣ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਹੋਵੇਗਾ ਤੇ ਬੀਐਸਐਫ ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਹੋਣਗੇ। ਅਧਿਕਾਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਕਿਉਂਕਿ ਗੱਲ ਪੰਜਾਬ ਦੇ ਲਿਹਾਜ਼ ਦੇ ਨਾਲ ਕੀਤੀ ਜਾਵੇ ਤਾਂ ਇੱਕ ਲੰਬਾ ਸਰਹੱਦੀ ਇਲਾਕਾ, ਜਿਹੜਾ ਲੰਬਾ ਪੰਜਾਬ ਦਾ ਇਲਾਕਾ ਹੈ, ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ। ਇਸ ਕਰਕੇ ਖਾਸ ਤੌਰ ਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇਸ ਫੈਸਲੇ ਨੂੰ ਬਹੁਤ ਅਹਿਮ ਮੰਨਿਆ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਬੀਐਸਐਫ ਦੇ ਅਧਿਕਾਰਾਂ ਨੂੰ ਲੈ ਕੇ ਬੀਐਸਐਫ ਦੇ ਅਧਿਕਾਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ। ਪੰਜਾਬ ਨੂੰ ਲੈ ਕੇ ਕੇਂਦਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਹੁਣ 15 ਦੀ ਥਾਂ 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਹੋਵੇਗਾ। ਬੀਐਸਐਫ ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਹੋਣਗੇ। ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਤੇ ਅਹਿਮ ਫੈਸਲਾ ਪੰਜਾਬ ਨੂੰ ਲੈ ਕੇ ਲਿਆ ਗਿਆ ਹੈ। ਸਰਹੱਦੀ ਇਲਾਕੇ ਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦਾ ਲੰਬਾ ਇਲਾਕਾ, ਚਾਹੇ ਉਹ ਪਠਾਨਕੋਟ ਦੀ ਗੱਲ ਹੋਵੇ, ਚਾਹੇ ਉਹ ਗੁਰਦਾਸਪੁਰ ਦੀ ਗੱਲ ਹੋਵੇ, ਤਰਨਤਾਰਨ ਦੀ, ਫਿਰੋਜ਼ਪੁਰ ਦੀ ਲੰਬੀ ਜਿਹੜੀ ਬੈਲਟ ਹੈ ਉਹ ਸਰਹੱਦੀ ਇਲਾਕਾ ਹੈ, ਪਾਕਿਸਤਾਨ ਦੇ ਨਾਲ ਲੱਗਦਾ ਹੈ। ਤੇ ਇਸ ਲਿਹਾਜ਼ ਦੇ ਨਾਲ ਬੀਐਸਐਫ ਨੂੰ ਅਧਿਕਾਰਾਂ ਦਾ ਹੋਰ ਇਜ਼ਾਫਾ ਕੀਤਾ ਗਿਆ, ਅਧਿਕਾਰ ਹੋਰ ਵਧਾਏ ਗਏ ਨੇ ਤੇ ਆਪਣੇ ਆਪ ਦੇ ਵਿੱਚ ਸਰਹੱਦੀ ਇਲਾਕੇ ਦੇ ਲਿਹਾਜ਼ ਦੇ ਨਾਲ ਇਹ ਬਹੁਤ ਅਹਿਮ ਫੈਸਲਾ ਕੇਂਦਰ ਸਰਕਾਰ ਦਾ। ਸੋ ਬੀਐਸਐਫ ਦੇ ਅਧਿਕਾਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ, ਵਾਧਾ ਕੀਤਾ ਗਿਆ। ਪੰਜਾਬ ਨੂੰ ਲੈ ਕੇ ਕੇਂਦਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ 15 ਕਿਲੋਮੀਟਰ ਤੱਕ ਬੀਐਸਐਫ ਦਾ ਸਰਹੱਦੀ ਇਲਾਕੇ ਦੇ ਵਿੱਚ ਦਾਇਰਾ ਸੀਗਾ, ਜੋ ਕਿ ਵਧਾ ਕੇ ਹੁਣ 50 ਕਿਲੋਮੀਟਰ ਕਰ ਦਿੱਤਾ ਗਿਆ। 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਹੋਵੇਗਾ। ਉੱਥੇ ਬੀਐਸਐਫ ਨੂੰ ਤਲਾਸ਼ੀ ਲੈਣ ਦਾ ਵੀ ਅਧਿਕਾਰ ਹੋਵੇਗਾ। ਗ੍ਰਿਫਤਾਰੀ ਤੱਕ ਦੇ ਅਧਿਕਾਰ ਵੀ ਕੇਂਦਰ ਦੇ ਵੱਲੋਂ ਬੀਐਸਐਫ ਨੂੰ ਦਿੱਤੇ ਗਏ ਨੇ। ਸੋ ਕੇਂਦਰ ਸਰਕਾਰ ਦਾ ਬੀਐਸਐਫ ਨੂੰ ਲੈ ਕੇ ਵੱਡਾ ਫੈਸਲਾ, ਪੰਜਾਬ ਨੂੰ ਲੈ ਕੇ ਵੱਡਾ ਕਦਮ ਕੇਂਦਰ ਸਰਕਾਰ ਦਾ। ਹੁਣ 15 ਦੀ ਥਾਂ 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਹੋਵੇਗਾ। ਉੱਥੇ ਹੋਰ ਵੀ ਅਧਿਕਾਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਤਲਾਸ਼ੀ ਲੈਣ ਦਾ ਅਧਿਕਾਰ ਹੋਵੇਗਾ। ਗ੍ਰਿਫਤਾਰੀ ਕੇਂਦਰ ਸਰਕਾਰ ਦੇ ਵੱਲੋਂ ਬੀਐਸਐਫ ਨੂੰ ਦਿੱਤੇ ਗਏ ਨੇ। ਹਾਲਾਂਕਿ ਅਧਿਕਾਰ ਪਹਿਲਾਂ ਬੀਐਸਐਫ ਦੇ ਕੋਲ ਨਹੀਂ ਸੀ, ਪਰ ਹੁਣ ਅਧਿਕਾਰਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ। ਸੋ ਸਰਹੱਦੀ ਇਲਾਕੇ ਦੇ ਹਿਸਾਬ ਦੇ ਨਾਲ, ਪੰਜਾਬ ਦੇ ਹਿਸਾਬ ਦੇ ਨਾਲ, ਲਿਹਾਜ਼ ਦੇ ਨਾਲ ਦੇਖਿਆ ਜਾਵੇ ਤਾਂ ਬਹੁਤ ਅਹਿਮ ਫੈਸਲਾ ਹੈ ਕੇਂਦਰ ਸਰਕਾਰ ਦਾ ਕਿਹਾ ਜਾ ਸਕਦਾ ਹੈ। ਬੀਐਸਐਫ ਦੇ ਅਧਿਕਾਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਜਿਵੇਂ ਕਿ ਪਾਕਿਸਤਾਨ ਦੇ ਵੱਲੋਂ ਹਮੇਸ਼ਾ ਜਿਹੜੀਆਂ ਨਾਪਾਕ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ, ਚਾਹੇ ਪਿਛਲੇ ਦਿਨੀ ਸਰਹੱਦੀ ਇਲਾਕੇ ਦੇ ਵਿੱਚ ਡਰੋਨ ਦੇ ਜ਼ਰੀਏ ਜਿਹੜੇ ਵੀ ਹਥਿਆਰ ਭੇਜੇ ਗਏ, ਬਹੁਤ ਸਾਰੇ ਅਜਿਹੇ ਘਟਨਾਕ੍ਰਮ ਜਿਹੜੇ ਸਰਹੱਦੀ ਇਲਾਕੇ ਤੋਂ ਸਾਹਮਣੇ ਆਏ ਤੇ ਇਸ ਦੇ ਲਿਹਾਜ਼ ਦੇ ਨਾਲ ਬਹੁਤ ਅਹਿਮ ਫੈਸਲਾ ਕੇਂਦਰ ਸਰਕਾਰ ਦਾ ਕਿਹਾ ਜਾ सकता है। इस खबर से ज्यादा जानकारी लिए मेरे सहयोगी शंकर आनंद जुड़े हुए हैं। शंकर, विस्तार से जानना चाहेंगे पहले से अब क्या बड़े अधिकार बढ़ाए गए हैं बीएसएफ के पंजाब के लिहाज से देखा जाए तो उसका सरहदी इलाके से हिसाब से पंजाब के हिसाब से क्या फायदा होने वाला है?
देखिए, अगर पंजाब के दृष्टिकोण से बीएसएफ की अगर बात करें तो देखिए, पाकिस्तान की जो सीमा है और हिंदुस्तान की जो सीमा है, उसमें अगर पंजाब का अगर कहें तो पंजाब से काफी बड़ा एक एरिया जो है वो पाकिस्तान की सीमा से सटता है। और इस लिहाज से पंजाब के अंदर जो बीएसएफ की जो तैनाती है, खासतौर पर जो बॉर्डर इलाके में, वो काफी महत्वपूर्ण है। लिहाजा इसी बात को ध्यान में रखते हुए बीएसएफ को एक अतिरिक्त विशेषाधिकार दिया गया है। अगर बात करें, चाहे पंजाब की बात कर ले, असम की बात करें, गुजरात की बात करें, जो बॉर्डर से सटा हुआ इलाका, जो पाकिस्तान से सटा हुआ जो बॉर्डर इलाका है, वहां पर बीएसएफ की जो तैनाती होती है उसको विशेषाधिकार दिया गया है। कई बार देखा जा रहा था कि जो बीएसएफ वाले जो कोई किसी टेररिस्ट को पकड़ते हैं तो उसके बाद उसे स्थानीय पुलिस को सौंपना होता है, लेकिन पुलिस के पास में जो जांच जो है वो कई बार प्रभावित होता है। तो इसलिए यहाँ पर विशेषाधिकार दिया गया कि अगर कहीं कोई संदिग्ध गतिविधियां दिखती है तो उसे उचित पूछताछ कर सकती है। पूछताछ करने के बाद जरूरत अगर पड़ता तो गिरफ्तारी भी कर सकती है। इसके साथ ही कई और भी जो विशेषाधिकार दिया गया है। तो गृह मंत्रालय के द्वारा इस मामले पर औपचारिक तौर पर आज एक नोटिस जो है, नोटिफिकेशन वो जारी किया गया, जिसमें कि बीएसएफ का जो दायरा भी कुछ इलाके में बढ़ाया गया। जो सीमावर्ती इलाका है उस जगह पे भी जो जहां पर जांच पड़ताल करना और निगरानी करने का जो एक सीमा तय किया गया था पहले, तो उसमें भी उसको कुछ और भी सीमा आगे तक दिया गया है, जिससे कि वो ज्यादा से ज्यादा और बेहतर तरीके से अपने देश की सीमाओं की रक्षा कर सके। इसलिए एक विशेषाधिकार दिया गया है। और अगर पंजाब की बात करें, चाहे कई इलाके जो है पंजाब में, और जिस तरह से वहां पर अक्सर चाहे ड्रग्स के मामले में जिस तरह से इजाफा देखने को मिल रहा था पिछले कुछ समय से, इसके साथ ही आतंकी गतिविधियों के मद्देनजर वहां से ड्रोन से जिस तरह से सामान तस्करी या भेजने का जो काम देखा जा रहा था, तो इसी मामले को ध्यान में रखते हुए केंद्र सरकार के द्वारा और गृह मंत्रालय के द्वारा विशेष तौर पर इस चीज को नोटिस किया गया। और वहां पर जो सीमा पर बीएसएफ के जवानों को, बीएसएफ को एक विशेषाधिकार दिया गया है। कहीं न कहीं कहा जा सकता है कि देश की सीमाओं की रक्षा के लिए और वहां पर हो रहे तमाम जो संदिग्ध अगर गतिविधियां अगर कुछ होती है तो उस पर तत्काल कार्रवाई के लिए बीएसएफ को ये विशेषाधिकार दिया गया है। जी शंकर, एक और भी सवाल बनता है, ऐसी कोई मांग, ऐसी कोई डिमांड पंजाब सरकार की तरफ से की गई थी या केंद्र सरकार ने अपने लेवल पे ये फैसला लिया? देखिए, गृह मंत्रालय जो भी फैसला करती है वो राज्य सरकार से निश्चित तौर पे पूछती है, बातचीत करती है। और राज्य के अंदर में किस तरह की दिक्कतें आती हैं, वहां पर जो राज्य के अंदर में किस तरह से लॉ एंड ऑर्डर और या जो बॉर्डर से जुड़े हुए जो मसले हैं, तो वहां पर किस तरह के मामले को अक्सर राज्य सरकार फेस करती है, तो उससे भी संबंधित जानकारियां ली जाती है, जिससे कि वहां पर सुरक्षा व्यवस्था को और ज्यादा बेहतर किया जा सके। तो इसके लिए निश्चित तौर पे राज्य सरकार के साथ में चर्चाएं होती हैं, बातचीत होती है, और इस मसले पे तमाम इनपुट्स को आधार पे बनाते हुए उन तमाम इनपुट के आधार पे ही ये फैसला लिया जाता है। तो यहाँ पर निश्चित तौर पे पंजाब सरकार और पंजाब के अंतर्गत जो वहाँ की खुफिया डिपार्टमेंट्स होते हैं, जो वहाँ के इंटेलिजेंस डिपार्टमेंट से जुड़े हुए तमाम जो वरिष्ठ अधिकारी होते हैं, से भी बकायदा इनपुट लिए जाते हैं। और इसके साथ ही उस इलाके में पंजाब के जो मुख्यमंत्री हैं उनके साथ भी कई बार अधिकारियों की चर्चाएं होती हैं, अधिकारियों के साथ बैठ करके चर्चाएं होती हैं, केंद्रीय गृह मंत्रालय के अधिकारियों के साथ में चर्चाएं होती हैं, जिसमें कि ये समझा जाता है कि पंजाब में उन तमाम जो सीमावर्ती इलाके हैं वहां पर किस तरीके से और बेहतर सुरक्षा व्यवस्था को बहाल किया जा सकता है, किस तरह से वहां पर इन तमाम मसलों पर और ज्यादा अच्छे तरीके से निगरानी की जा सके। तो इनपुट तो आदान प्रदान होता रहता है, उसी का ये असर जो है ये देखने को मिल रहा है कि बीएसएफ को अतिरिक्त जो विशेषाधिकार जो दिया गया है, और इसका जो एक असर कहते हैं अच्छा आने वाले दिन में वो भी देखने को मिल सकता है। जब विशेषाधिकार मिलेगा तो उसके बाद बीएसएफ और बेहतर तरीके से वहां पर इन संदिग्ध आतंकी बोले या संदिग्ध कार्रवाई करने वाले जो लोग होते हैं या जो गतिविधियां वहां पे करते हैं, तो उसके खिलाफ आने वाले वक्त में ठोस कार्रवाई बीएसएफ के द्वारा देखा जा सकता है। ठीक है शंकर, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ। ਸੋ ਵੱਡਾ ਤੇ ਅਹਿਮ ਫੈਸਲਾ ਪੰਜਾਬ ਦੇ ਲਿਹਾਜ਼ ਦੇ ਨਾਲ ਸਰਹੱਦੀ ਇਲਾਕੇ ਦੇ ਹਿਸਾਬ ਦੇ ਨਾਲ ਕਿਹਾ ਜਾ ਸਕਦਾ ਹੈ ਬੀਐਸਐਫ ਨੂੰ ਅਧਿਕਾਰਾਂ ਦੇ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਪੰਜਾਬ ਨੂੰ ਲੈ ਕੇ ਕੇਂਦਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਹੁਣ 15 ਦੀ ਥਾਂ 50 ਕਿਲੋਮੀਟਰ ਤੱਕ बीएसएफ ਦਾ ਦਾਇਰਾ ਹੋਵੇਗਾ। ਉੱਥੇ बीएसएफ ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਹੋਣਗੇ। ਪੱਛਮ ਬੰਗਾਲ, ਪੰਜਾਬ ਅਤੇ ਅਸਮ ਦੇ ਵਿੱਚ ਇਹ ਅਧਿਕਾਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਜਿਹੜੇ ਵੀ ਸੂਬਿਆਂ ਦੀ ਜ਼ਿਆਦਾ ਬੈਲਟ ਆ ਉਹ ਪਾਕਿਸਤਾਨ ਦੇ ਨਾਲ ਲੱਗਦੀ ਹੈ, ਸਰਹੱਦੀ ਇਲਾਕਾ ਆ, ਉਹਨਾਂ ਸੂਬਿਆਂ ਦੇ ਵਿੱਚ बीएसएफ ਨੂੰ ਇਹ ਵਿਸ਼ੇਸ਼ ਅਧਿਕਾਰ
ਕੀਤੇ ਗਏ ਨੇ। ਅਧਿਕਾਰਾਂ ਦੇ ਵਿੱਚ ਵਾਧਾ ਕੀਤਾ ਗਿਆ। ਬਾਰਡਰ ਤੋਂ ਲੈ ਕੇ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਹੁਣ ਕਾਰਵਾਈ ਕਰ ਸਕੇਗੀ। ਜਿਹੜਾ ਬਾਰਡਰ ਏਰੀਆ, ਬਾਰਡਰ ਲਾਈਨ ਤੋਂ ਲੈ ਕੇ 50 ਕਿਲੋਮੀਟਰ ਤੱਕ ਜਿਹੜਾ ਵੀ ਇਲਾਕਾ ਬਣਦਾ ਹੈ, ਏਰੀਆ ਬਣਦਾ, ਉੱਥੋਂ ਤੱਕ ਪੂਰਾ ਅਧਿਕਾਰ ਹੋਵੇਗਾ BSF ਦਾ। ਜੇਕਰ ਕੋਈ ਸ਼ੱਕੀ ਫੜਿਆ ਜਾਂਦਾ ਹੈ, ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਕਰਨੀ ਹੈ, ਪੁੱਛਤਾਛ ਕਰਨੀ ਹੈ, ਤਲਾਸ਼ੀ ਲੈਣੀ ਹੈ, ਗ੍ਰਿਫਤਾਰੀ ਤੱਕ ਵੀ BSF ਕਰ ਸਕਦੀ ਹੈ। ਕਿਉਂਕਿ ਪਹਿਲਾਂ ਜੇਕਰ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ, ਜਿਵੇਂ ਕਿ ਲਗਾਤਾਰ ਤਰਨਤਾਰਨ ਦੀ ਬੈਲਟ ਹੋਵੇ, ਗੁਰਦਾਸਪੁਰ ਦੀ ਬੈਲਟ ਹੋਵੇ, ਇੱਥੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਹੈਰੋਨ ਦੀ ਖੇਪ ਪਾਕਿਸਤਾਨ ਤੋਂ ਆਉਂਦੀ ਹੈ। ਬਹੁਤ ਸਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਤਾਂ ਪਹਿਲਾਂ ਕੀ ਹੁੰਦਾ, ਅਜਿਹਾ ਕੋਈ ਵੀ ਕਾਰਵਾਈ ਹੁੰਦੀ ਉਸ ਤੋਂ ਬਾਅਦ ਚ BSF ਦੇ ਵੱਲੋਂ ਲੋਕਲ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪਰ ਹੁਣ ਇਹ ਅਧਿਕਾਰਾਂ ਦੇ ਵਿੱਚ ਵਾਧੇ ਦੇ ਨਾਲ BSF ਆਪਣੇ ਪੱਧਰ ਤੇ ਪੁੱਛਤਾਛ ਕਰ ਸਕਦੀ ਹੈ, ਤਲਾਸ਼ੀ ਲੈ ਸਕਦੀ ਹੈ, ਗ੍ਰਿਫਤਾਰੀ ਤੱਕ ਵੀ BSF ਕਰ ਸਕਦੀ ਹੈ। ਇਸ ਤੋਂ ਪਹਿਲਾਂ 15 ਕਿਲੋਮੀਟਰ ਦਾ ਜਿਹੜਾ BSF ਦਾ ਦਾਇਰਾ ਸੀਗਾ, ਬਾਰਡਰ ਤੋਂ ਲੈ ਕੇ 15 ਕਿਲੋਮੀਟਰ ਤੱਕ BSF ਦਾ ਦਾਇਰਾ ਸੀ। ਦੂਜੇ ਪਾਸੇ ਗੁਜਰਾਤ ਦੇ ਵਿੱਚ ਇਹ ਦਾਇਰਾ 80 ਤੋਂ ਘਟਾ ਕੇ 50 ਕਿਲੋਮੀਟਰ ਕੀਤਾ ਗਿਆ ਹੈ। ਗੁਜਰਾਤ ਦੇ ਵਿੱਚ ਇਹ ਦਾਇਰਾ 80 ਤੋਂ ਘਟਾ ਕੇ 50 ਕਿਲੋਮੀਟਰ ਕੀਤਾ ਗਿਆ ਹੈ। ਪਰ ਪੰਜਾਬ ਦੇ ਲਿਹਾਜ਼ ਦੇ ਨਾਲ ਇਹ ਵੱਡਾ ਫੈਸਲਾ ਕਿਹਾ ਜਾ ਸਕਦਾ ਹੈ। 15 ਦੀ ਥਾਂ 50 ਕਿਲੋਮੀਟਰ ਦਾਇਰਾ ਹੋਵੇਗਾ ਤੇ BSF ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫਤਾਰੀ ਤੱਕ ਦੇ ਅਧਿਕਾਰ ਹੋਣਗੇ। रुख करते हैं अगली वड्डी खबर दा। गोहाना दे विच सीएम मनोहर लाल दा समागम रद्द कर दिता गया। किसानां दे प्रदर्शन करके मुख्यमंत्री दा समागम रद्द किया गया। किसानां ने हैलीपैड ते कब्जा कर लिया सी। सीएम मनोहर लाल ने गोहाना दे विच एक समागम दे विच शामिल होना सीगा, पर हुणे वड्डी ते ताज़ा अपडेट सामने आ रही है कि गोहाना दे विच सीएम मनोहर लाल दा समागम रद्द कर दिता गया। इस तो पहला भी किसानां दे वल्लों ऐलान किया गया सीगा समागम का किसानां दे वल्लों विरोध किया जाएगा। ते दरअसल मुख्यमंत्री का समागम रखा गया सीगा गोहाना दे विच। किसानां दे प्रदर्शन करके मुख्यमंत्री का समागम रद्द कर दिता गया। किसानां ने हैलीपैड जिथे कि हैलीकॉप्टर उतरना सीगा उस हैलीपैड ते किसानां दे वल्लों कब्जा कर लिया गया। सीएम मनोहर लाल ने गोहाना दे विच एक समागम दे विच दरअसल शामिल होना सी, पर किसानां दे विरोध दे चलदियां इस समागम नूं रद्द कर दिता गया। गोहाना दीयां तुहानूं असीं तस्वीरां विखा रहे हां। ਵੱਡੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ, ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ। ਉੱਥੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਵੀ ਕੀਤੀ ਹੋਈ ਹੈ। ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਖਤਾ ਬੰਦੋਬਸਤ ਵੀ ਕੀਤੇ ਗਏ, ਪਰ ਜਦੋਂ ਕਿਸਾਨ ਹੈਲੀਪੈਡ ਤੱਕ ਪਹੁੰਚ ਗਏ, ਹੈਲੀਪੈਡ ਤੇ ਕਬਜ਼ਾ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਦੇ ਵੱਲੋਂ ਸੀਐਮ ਮਨੋਹਰ ਲਾਲ ਦਾ ਸਮਾਗਮ ਰੱਦ ਕਰ ਦਿੱਤਾ ਗਿਆ। खट्टर का विरोध करने डालना रहे, हमारे आदमी पीछे भी आ रहे, आगे भी आ रहे, जगह जगह रोकना लग रहे। मैं समझे पीछे भी रोके हमें और पीछे भी रोके, रुखी भी रोकना रहे, जगह जगह रोकने लग रहे हैं। क्या कह रहे हैं? ये कह रहे हैं वहाँ नहीं जाना और किसी रास्ते और कहाँ जाना, हमने रोड के ऊपर का भी नहीं जाने देते। हमने विरोध करने खातिर ਗੱਲ ਕਰਾਂਗੇ ਲਖੀਮਪੁਰ ਕਾਂਡ ਦੀ। ਲਖੀਮਪੁਰ ਮਾਮਲੇ ਤੇ ਰਾਸ਼ਟਰਪਤੀ ਨੂੰ ਕਾਂਗਰਸ ਦਾ ਵਫਦ ਮਿਲਿਆ। ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਆਗੂਆਂ ਨੇ ਇਹ ਮੁਲਾਕਾਤ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਵਫਦ ਦੇ ਵੱਲੋਂ। ਉੱਥੇ ਸੁਪਰੀਮ ਕੋਰਟ ਦੇ 2 ਜੱਜਾਂ ਦੀ ਨਿਗਰਾਨੀ ਦੇ ਵਿੱਚ ਜਾਂਚ ਕਰਵਾਉਣ ਦੀ ਵੀ ਵਫਦ ਦੇ ਵੱਲੋਂ ਮੰਗ ਕੀਤੀ ਗਈ ਹੈ। ਲਖੀਮਪੁਰ ਕਾਂਡ ਦੇ ਮੁਲਜ਼ਮਾਂ ਨੂੰ ਸਖਤ ਸਜ਼ਾ ਮਿਲੇ। ਕਾਂਗਰਸ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਲਖੀਮਪੁਰ ਕਾਂਡ ਦੇ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ये बात हमने हिंदुस्तान के राष्ट्रपति जी को बताई और हमने उनसे कहा कि देखिए, ये सिर्फ इन परिवारों की आवाज नहीं है, ये हिंदुस्तान के हर किसान की आवाज है। उस आवाज को कुचला जा रहा है, दबाया जा रहा है और इस व्यक्ति ने हत्या से पहले देश के सामने कहा है कि अगर सुधरोगे नहीं तो मैं सुधार दूंगा। मतलब किसानों को धमकी दी और फिर उस धमकी पर एक्शन लिया और किसानों को मारा। तो हमने राष्ट्रपति जी से कहा कि देखिए, जब तक ये व्यक्ति मंत्री है तब तक न्याय नहीं मिल सकता है। इस मंत्री को हटा देना चाहिए और सुप्रीम कोर्ट के 2 सिटिंग जजेस की इंक्वायरी होनी चाहिए और जिन्होंने भी ये हत्या की है, मर्डर किया है, उनको सजा। और श्री
रमेश कश्यप जो पत्रकार थे उनके परिजनों से मिले तो जैसे राहुल जी ने कहा वे सिर्फ न्याय चाहते हैं और उनके लिए न्याय का मतलब ये है कि सिटिंग जजेस द्वारा जांच की जाए, एक निष्पक्ष जांच हो। और सबसे महत्वपूर्ण मुद्दा उन्होंने ये उठाया कि जो गृह राज्य मंत्री हैं देश के, जो अपराधी के पिता हैं, उनकी बर्खास्तगी की जाए। उनका ये मानना है कि जब तक इनकी बर्खास्तगी नहीं होगी तब तक निष्पक्ष जांच नहीं हो सकती और अपराधियों को सही सजा नहीं मिलेगी। मैं मानती हूँ कि ये सिर्फ उन शहीद किसानों और शहीद पत्रकार के परिजनों की मांग नहीं है, ये उत्तर प्रदेश की सारी जनता की मांग है और ये देश के एक एक जो राइट थिंकिंग इंसान हैं उनकी भी मांग है। इस देश में न्याय की उम्मीद कभी बुझनी नहीं चाहिए और आज जो हम देख रहे हैं उससे सरकार ये संदेश दे रही है पूरे देश को कि आपको न्याय नहीं मिलेगा। अगर आप गरीब हैं, आप दलित हैं, आप किसान हैं, आप महिला हैं, आपके लिए न्याय नहीं है, कानून नहीं है। और अगर आप सत्ताधारी हैं, भाजपा के मंत्री हैं, तब कानून आप पर लागू नहीं होगा। फिलहाल इत्थे रुक रहे हैं, छोटी जी ब्रेक ਲਈ जल्द हाजिर होने इस ब्रेक तो बाद।